चुनावी चोन चर्चा में तुहाडा बेहद स्वागत। फरवरी विच विधान सभा चोणां आ रही ने, उसनूं लैके अलग अलग हलकियां दे विच पूरी सरगर्मी है। जेकर फगवाड़ा विधान सभा की गल की जाए तो हालांकि अलग अलग पार्टियां वालों उम्मीदवार नहीं उतारे गए, पर अकाली बसपा ने जसवीर गढ़ी के रूप में उम्मीदवार उतार के अपनी चोण रणनीति शुरू कर दिता है। तो अज एक्सक्लूसिव गलबात ने साडे फगवाड़ा के अकाली दल के बहुत ही धड़ल्लेदार लीडर ने पिछले लगभग 3 दहाकियां तो अकाली दल के अलग अलग अहुदियां ते रहे ने, म्यूनसिपल काउंसलर भी रहे ने और श्रोमणी अकाली दल फगवाड़ा शहरी के प्रधान भी ने। साडे नाल अज विचार चर्चा में जुड़नगे जथेदार सतनाम सिंह जी अर्शी साहब, बहुत बहुत स्वागत करता जी। थोड़ा बहुत बहुत धन्यवाद है फगवाड़ा हेडलाइन जो कि साडे विचार जानने लिए तुसीं विशेष तौर पर पुजे, थोड़ा बहुत बहुत धन्यवाद। हाँ जी, बहुत थोड़ा समा रह गया है कि बतौर शहरी प्रधान की तैयारियां कर रही पार्टी इस इलेक्शन को लेकर? चाना साहब जिथे तुसीं ये सवाल किया है इलैक्शन के संबंध में तैयारियों का, क्योंकि साडी अकाली दल जिहड़ी पार्टी है ये पंथक संगठित पार्टी है। इनू क्योंकि ये तो हर वेले तैयारियां ही रहती है जी, ये क्योंकि हर वेले किसी तरह की भी सानू चुनौती आई है, अकाली दल ने वो चुनौती को प्रवान किया। जिथे तक फगवाड़ा की चोण का संबंध है, क्योंकि साडा अकाली दल केडर जिहड़ा है वो संगठित पार्टी होने के नाते हर एक पिंड दे विच, हर एक बूथ विच, हर एक महल्ले विच वो मन तन ते धन करके मन तो चोण विच उतरदा। उन्होंने कभी किसी अहुदे की जां कभी कोई होर लालसा नहीं हुंदी, वो तक काम इको ही हुंदा भी साडा निशाना ते केवल पार्टी के उम्मीदवार नूं। पर कसक नहीं भाजी भी गठजोड़ होया बड़ी देर बाद और अकाली दल का हमेशा कभी इत्थे उम्मीदवार नहीं रहा। पहला भाजपा नाल अलायंस विच भाजपा का उम्मीदवार सी, कहते मन चाहता भी अकाली दल का अपना उम्मीदवार हुंदा। उम्मीदवार होना चाहिए जी अकाली दल का। ਅਸੀਂ ਵੀ ਇਹ ਸੋਚਦੇ ਸੀ शायद ਸਾਡਾ ਅਕਾਲੀ ਦਲ ਦਾ ਉਮੀਦਵਾਰ ਹੋਊਗਾ, ਕਿਉਂਕਿ ਪਾਰਟੀ ਦੀਆਂ ਵੀ ਬੜੀਆਂ ਮਜਬੂਰੀਆਂ ਨੇ ਜੀ। ਕਿਉਂਕਿ ਜੇ ਜਦੋਂ ਹਾਲਾਤ ਨੂੰ ਦੇਖਦੇ ਆ ਤੇ ਪਾਰਟੀਆਂ ਦੇ ਰਿਲਾਇੰਸ ਨਾਲ ਜੇ ਸਰਕਾਰ ਬਣਦੀ ਹੋਵੇ ਤੇ ਉੱਤੇ ਜਿਹੜੇ ਸਾਡੇ ਲੀਡਰ ਹੈ ਉਹ ਰਿਲਾਇੰਸ ਕਰਦੇ ਨੇ। ਤੇ ਜਿੱਥੇ ਮੈਂ ਤਾਂ ਹੁਣੇ ਸੋਚਦਾ ਮਨ ਤਾਂ ਸਹੀ ਵੀ ਸਾਡਾ ਅਕਾਲੀ ਦਲ ਦਾ ਉਮੀਦਵਾਰ ਹੋਵੇ, ਪਰ ਜਿਹੜਾ ਪਾਰਟੀ ਨੇ ਸਾਨੂੰ ਹੁਣ ਉਮੀਦਵਾਰ ਦਿੱਤਾ ਹੈ ਮੈਂ ਇਹ ਵੀ ਕਹਿ ਸਕਦਾ ਵੀ ਸਾਡੇ ਅਕਾਲੀ ਦਲ ਦਾ ਹੀ ਉਮੀਦਵਾਰ ਹੈ, ਕਿਉਂਕਿ ਪੜ੍ਹਿਆ ਲਿਖਿਆ ਹੈ ਤੇ ਸੂਝਵਾਨ ਹੈ। ਤੇ ਇਸ ਲਈ ਜੋ ਅਕਾਲੀ ਦਲ ਦੇ ਉਮੀਦਵਾਰ ਦੀ ਛਵੀ ਹੋਣੀ ਚਾਹੀਦੀ ਹੈ ਸਾਨੂੰ ਅਕਾਲੀ ਦਲ ਦੇ ਲੋਕਾਂ ਨੂੰ ਉਹਦੇ ਵਿੱਚ ਦਿਸਦੀ। ਪਰ ਕਿਤੇ ਕਿਤੇ ਭਾਜੀ ਤੁਹਾਨੂੰ ਲੱਗਦਾ ਜਿਹੜੀ ਲੋਕਲ ਅਕਾਲੀ ਦਲ ਦਾ ਉਹਦੇ ਵਿੱਚ ਦੋ ਧੜੇ ਜਿਹੜੇ ਆ ਉਹ ਪਰਸਪਰ ਚੱਲ ਰਹੇ ਆ, ਜਦੋਂ ਵੀ ਕੋਈ ਫੰਕਸ਼ਨ ਹੁੰਦਾ ਕਦੀ ਹਜੇ ਤੱਕ ਇਕੱਠਾ ਨਹੀਂ ਹੋਇਆ। ਤੁਹਾਨੂੰ ਲੱਗਦਾ ਇਦਾਂ ਦਾ ਫੁੱਟ ਦਾ ਥੋੜਾ ਜਿਹਾ ਅਸਰ ਜਿਹੜਾ ਹੈ ਇਸ ਚੋਣ ਮੁਹਿੰਮ ਤੇ ਹੀ ਪੈ ਸਕਦਾ? ਇਹ ਚਾਹਨਾ ਜੀ ਤੁਸੀਂ ਜਿਹੜਾ ਸਵਾਲ ਕੀਤਾ, ਪਹਿਲੀ ਗੱਲ ਤਾਂ ਅਕਾਲੀ ਦਲ 'ਚ ਫੁੱਟ ਹੈ ਨਹੀਂ, ਕੋਈ ਫੁੱਟ ਨਹੀਂ, ਕਿਉਂਕਿ ਸਮੁੱਚਾ ਅਕਾਲੀ ਦਲ ਪਹਿਲਾਂ ਬਾਦ ਸਾਹਿਬ ਦੀ ਲੀਡਰਸ਼ਿਪ ਕਰਦਾ ਰਿਹਾ। ਅਸੀਂ ਲੋਕ ਸੀ, ਅਸੀਂ 45 ਸਾਲ ਤੋਂ ਮੈਂ ਇਸ ਲਾਈਨ ਵਿੱਚ ਲੱਗਿਆ ਹੋਇਆ। ਉਦੋਂ ਵੀ ਪਹਿਲਾਂ ਤੋਂ ਬਾਦ ਸਾਹਿਬ ਸੇ ਸਾਡੇ ਇੰਚਾਰਜ, ਤੇ ਉਦੋਂ ਵੀ ਜਿਹੜੀ ਇਲੈਕਸ਼ਨ ਦੀ ਕੈਂਪੇਨ ਦਾ ਜਾਂ ਸਿਹਰਾ ਸੀ ਉਹ ਸਾਡੇ ਥੱਲੇ ਦੇ ਵਰਕਰ ਜਿਹੜੀ ਹੁਣ ਟੀਮ ਕੰਮ ਕਰ ਰਹੀ ਹੈ ਉਹੀ ਉਦੋਂ ਵੀ ਇਹੀ ਕਰਦੀ ਸੀ, ਪਰ ਉਹ ਲਕਸ਼ ਉਦੋਂ ਕਿਉਂਕਿ ਬਾਦ ਸਾਹਿਬ ਸੀ ਉਹਨਾਂ ਦੇ ਸਿਰ ਜਾਂਦਾ ਸੀ। ਅੱਜ ਹਲਕਾ ਇੰਚਾਰਜ ਜੋ ਸਾਡੇ ਸਰਬਨ ਸਿੰਘ ਜੀ ਕਲਾਰ ਹੈ, ਕਿਉਂਕਿ ਉਹਨਾਂ ਨੇ ਬਹੁਤ ਮਿਹਨਤ ਕੀਤੀ ਹੈ, ਸਾਰੇ ਜਿਹੜੇ ਵਰਕਰ ਨੇ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਨਾਲ ਉਹ ਅੱਜ ਪਹਿਲਾਂ ਵੀ ਹਲਕਾ ਇੰਚਾਰਜ ਨੇ, ਅੱਜ ਵੀ ਹਲਕਾ ਇੰਚਾਰਜ ਨੇ। ਸਾਡੀ ਸਾਰੀ ਟੀਮ ਤੇ ਉਹੀ ਹੈ ਜਿਹੜੀ ਬਾਦ ਸਾਹਿਬ ਦੇ ਵੇਲੇ ਲੱਗੀ ਹੋਈ ਸੀ, ਪਰ ਇੱਥੇ ਫੁੱਟ ਵਾਲੀ ਕੋਈ ਗੱਲ ਨਹੀਂ। ਤੇ ਜਿਹੜਾ ਇੱਕ ਖਾਸ ਤੌਰ ਤੇ ਗੱਠਜੋੜ ਬਣ ਗਿਆ ਜਿਹਦੇ ਵਿੱਚ ਕਨਸੂਆਂ ਇਸ ਤਰ੍ਹਾਂ ਦੀਆਂ ਨੇ ਕਿ ਕੈਪਟਨ ਸਾਹਿਬ ਨੇ ਕਿਹਾ ਕਿ ਭਾਜਪਾ ਨਾਲ ਸਮਝੌਤਾ ਕਰਨਗੇ, ਸੰਯੁਕਤ ਅਕਾਲੀ ਦਲ ਦੇ ਢੀਂਡਸਾ ਸਾਹਿਬ ਦਾ ਬਿਆਨ ਹੈ ਭਾਜਪਾ ਨਾਲ ਤਾਲਮੇਲ ਹੋ ਰਿਹਾ। ਤੁਹਾਨੂੰ ਕੀ ਲੱਗਦਾ ਹੈ ਗੱਠਜੋੜ ਦਾ ਕੀ ਭਵਿੱਖ ਸਾਹਮਣੇ? ਚਾਹਨਾ ਜੀ ਸਮੇਂ ਤੋਂ ਪਹਿਲਾਂ ਕੁਝ ਨਹੀਂ ਕਿਹਾ ਜਾ ਸਕਦਾ, ਕਿਉਂਕਿ ਅਜੇ ਤੇ ਪਤਾ ਹੀ ਕੋਈ ਨਹੀਂ ਵੀ ਇਹ ਗੱਠਜੋੜ ਦਾ ਬਣਨਾ ਕੀ ਹੈ। ਅਜੇ ਸਮਾਂ ਹੈ, ਸਮਾਂ ਆਉਣ ਤੇ ਕੋਈ ਗੱਲ ਕੀਤੀ ਜਾ ਸਕਦੀ ਹੈ, ਕਿਉਂਕਿ ਅਜੇ ਪਤਾ ਹੀ ਨਹੀਂ ਕਿਹਦੇ ਨਾਲ ਕਿਹਦੇ ਨਾਲ ਅਜੇ ਕੋਈ ਕਿਆਸ ਲਾਈਆਂ ਨੇ, ਇਸ ਲਈ ਸਮਾਂ ਆਉਣ ਤੇ ਗੱਲ ਕਰੋ। ਜੇਕਰ ਪਿਛਲੇ 2.5 ਸਾਲ ਦੀ ਗੱਲ ਕੀਤੀ ਜਾਵੇ, ਜਿਮਨੀ ਇਲੈਕਸ਼ਨ ਦੇ ਵਿੱਚ ਕਾਂਗਰਸ ਲੰਬੇ ਸਮੇਂ ਬਾਅਦ ਜਿੱਤੀ ਸੀ, 12.5 ਸਾਲ ਬਾਅਦ ਉਹ ਜਿੱਤੀ ਹੈ, ਕੀ ਕਾਰਜਕਾਰੀ ਰਹੀ ਇੱਥੇ? ਕਾਂਗਰਸ ਦੀ ਤਾਂ ਫਗਵਾੜਾ ਲਈ ਮੈਂ ਫਗਵਾੜੇ ਦੇ ਲੋਕਾਂ ਨੂੰ ਕਹਿਣਾ ਚਾਹੁੰਦਾ, ਇਹ 2.5 ਸਾਲ ਦੀ ਆਪਾਂ ਗੱਲ ਛੱਡ ਦਈਏ, ਪਿਛਲੀ ਕਾਰਜਕਾਰੀ ਆਪਾਂ 40 ਸਾਲ ਤੋਂ ਤਾਂ ਮੈਂ ਕਹਿ ਸਕਦਾ ਜੀ 40 ਸਾਲ ਦੀ ਕਾਂਗਰਸ ਦੀ ਫਗਵਾੜਾ ਲਈ ਕਾਂਗਰਸ ਕਾਰਜਕਾਰੀ ਦੇਖੀਏ
ਤੇ ਮੈਨੂੰ ਇਹ ਕਾਂਗਰਸ ਵਾਲੇ ਇੱਕ ਕੋਈ ਪ੍ਰੋਜੈਕਟ ਦੱਸ ਦੇਣ ਜਿਹੜੇ ਫਗਵਾੜਾ ਸ਼ਹਿਰ ਲਈ ਸਾਡੇ ਲੋਕਾਂ ਲਈ ਲੈ ਕੇ ਆਏ ਹੁਣ। ਇਹ 2.5 ਸਾਲ ਦੇ ਤਾਂ ਗੱਲ ਛੱਡੇ ਦਿਓ, 2.5 ਸਾਲਾਂ ਤਾਂ ਹੁਣ ਸਾਡੇ ਤੋਂ ਕਹਿਣ ਤੋਂ ਬਗੈਰ ਹੀ ਆ। ਉਹ ਲੋਕ ਹੀ ਦੱਸਣਗੇ ਆ ਕਿਸੇ ਦੀ ਸੜਕ ਪੱਟ ਲਈ ਜਾਂ ਪੱਟ ਲਗਾਏ, ਇਹਨੂੰ ਕੋਈ ਪ੍ਰਾਪਤੀ ਨਹੀਂ ਕਹਿੰਦੇ। ਫਗਵਾੜਾ ਸ਼ਹਿਰ ਲਈ ਜਿਹੜੇ ਕੋਈ ਵੱਡੇ ਪ੍ਰੋਜੈਕਟ ਹੈ, ਜਿਵੇਂ ਕਿ ਪਿਛਲੀਆਂ ਸਰਕਾਰਾਂ ਦੇ ਵੇਲੇ ਹਸਪੀਟਲ ਦਾ ਪ੍ਰੋਜੈਕਟ ਆਇਆ ਸੀ, ਤੇ ਓਵਰ ਬ੍ਰਿਜ ਦੇ ਪ੍ਰੋਜੈਕਟ ਆਏ ਸੀ, ਤੇ ਬਾਈਪਾਸ ਦੇ ਪ੍ਰੋਜੈਕਟ ਆਏ ਸੀ, ਫਿਰ ਪਾਰਕ ਦਾ ਪ੍ਰੋਜੈਕਟ ਆਇਆ ਸੀ, ਸਟੇਡੀਅਮ ਦਾ ਪ੍ਰੋਜੈਕਟ ਆਇਆ। ਕਿੰਨੇ ਪ੍ਰੋਜੈਕਟ ਗਣਾਈਏ ਤੇ ਇਹ ਪ੍ਰੋਜੈਕਟ ਸਾਡੀਆਂ ਸਰਕਾਰਾਂ ਵੇਲੇ ਲਿਆਂਦੇ ਆ। ਕਾਂਗਰਸ ਕੋਈ ਇੱਕ ਪ੍ਰੋਜੈਕਟ ਦੱਸ ਦੇਵੇ ਵੀ ਉਹ ਸਾਡੀ ਸਰਕਾਰ ਵੇਲੇ ਆਇਆ ਸੀ, ਤੇ ਉਹ ਲੋਕ ਫਿਰ ਉਹ ਜਾਣ ਲੈਣਗੇ ਵੀ ਕਿਹਦੀ ਸਰਕਾਰ ਵੇਲੇ ਆ। ਇਸ ਲਈ ਇਸ ਵੇਲੇ ਜਿਹੜੀ ਕਾਂਗਰਸ ਦੀ ਕਾਰਜਕਾਰੀ ਆ ਉਹ ਬਿਲਕੁਲ ਜ਼ੀਰੋ ਹੈ। ਕਾਰਜਕਾਰੀ ਤਾਂ ਇੱਕ ਵਜੇ ਕਾਂਗਰਸ ਨਾਂ ਦੀ ਕੋਈ ਚੀਜ਼ ਹੀ ਨਹੀਂ ਰਹੀ, ਕਿਉਂਕਿ ਜਿਹੜੇ ਇਹਨਾਂ ਦੇ ਪ੍ਰਧਾਨ ਹੈ, ਰਾਸ਼ਟਰੀ ਪ੍ਰਧਾਨ ਹੈ, ਉਹਨਾਂ ਨੇ ਕਾਂਗਰਸ ਸਾਰੀ ਖਿਲਾਫ ਦਿੱਤੀ ਹੈ। ਬਾਕੀ ਤਾਂ ਗੱਲਾਂ ਇੱਕ ਪਾਸੇ ਨੇ। ਬਤੌਰ ਸ਼ਹਿਰੀ ਪ੍ਰਧਾਨ ਕੀ ਮਿਸ਼ਨ ਤੁਹਾਡੇ ਕੋਲ ਹੈ 2022 ਦੀ ਚੋਣ ਨੂੰ ਲੈ ਕੇ, ਕਿਉਂਕਿ ਸਾਰਾ ਸ਼ਹਿਰ ਤੁਹਾਡੇ ਅੰਦਰ ਹੈਗਾ ਅਕਾਲੀ ਦਲ ਦਾ, ਤੇ ਕਿੱਦਾਂ ਉਹਨੂੰ ਦੇਖਦੇ ਹੋ, ਕਿੱਦਾਂ ਪਲਾਨ ਤੁਹਾਡੇ ਮਾਈਂਡ ਦੇ ਵਿੱਚ ਆ ਰਿਹਾ? ਦੇਖੋ ਜੀ, ਜਿੱਥੇ ਮੈਨੂੰ ਅਕਾਲੀ ਦਲ ਦੇ ਸੇਵਾਦਾਰ ਦੀ ਮੁੱਖ ਤੌਰ ਤੇ ਮੇਰੀ ਨਿਯੁਕਤੀ ਕਰਕੇ ਉਹਨਾਂ ਨੇ ਸੇਵਾ ਦਿੱਤੀ ਹੋਈ ਹੈ, ਉੱਥੇ ਹੀ ਮੈਂ, ਕਿਉਂਕਿ ਮੈਨੂੰ 11 ਇਲੈਕਸ਼ਨਾਂ ਹੋ ਗਈਆਂ ਜੀ, ਜਿਹੜੀ ਇਲੈਕਸ਼ਨ ਦੀ ਕੰਪੇਨ ਹੈ ਉਹ ਦਾਸ ਚਲਾਉਂਦਾ ਹੈ ਲਗਾਤਾਰ। ਅੱਜ ਵੀ ਕਿਉਂਕਿ ਸਾਡਾ ਪਹਿਲਾਂ 25 ਸਾਲ ਤੋਂ, ਉਦੋਂ 25 ਸਾਲ ਪਹਿਲਾਂ ਸਾਨੂੰ ਮਿਹਨਤ ਕਰਨੀ ਪਈ ਸੀ ਜਦੋਂ ਬੀਜੇਪੀ ਨਾਲ ਸਾਡੀ ਰਿਲਾਇੰਸ ਹੋਈ ਸੀ। ਉਸ ਤੋਂ ਬਾਅਦ ਲਗਾਤਾਰ ਉਹ ਸਾਨੂੰ ਬਹੁਤੀ ਮਿਹਨਤ ਕਰਨ ਦੀ ਲੋੜ ਨਹੀਂ ਪਈ, ਕਿਉਂਕਿ ਹੁਣ ਸਾਡਾ ਰਿਲਾਇੰਸ ਉਧਰੋਂ ਟੁੱਟ ਕੇ ਡੀਐਸਪੀ ਨਾਲ ਹੋਇਆ। ਪਰ ਮੈਂ ਕਹਿੰਦਾ ਡੀਐਸਪੀ ਨਾਲ ਇਹ ਬਹੁਤ ਦੇਰ ਪਹਿਲਾਂ ਹੋ ਜਾਣਾ ਚਾਹੀਦਾ ਸੀ, ਕਿਉਂਕਿ ਬੀਐਸਪੀ ਦਾ ਐਜ ਏ ਧਾਰਮਿਕ ਤੌਰ ਤੇ ਸਾਡੀ ਪਾਰਟੀ ਧਾਰਮਿਕ ਤੌਰ ਤੇ ਦੋਨਾਂ ਦਾ ਧਾਰਮਿਕ ਚਿੰਨ੍ਹ ਇੱਕ ਹੈ, ਸਾਡਾ ਇਸ਼ਟ ਇੱਕ ਹੈ, ਸਾਡਾ ਗੁਰੂ ਇੱਕ ਹੈ, ਤੇ ਸਾਡੇ ਗੁਰੂਆਂ ਦੀ ਵਿਚਾਰਧਾਰਾ ਇੱਕ ਹੈ। ਇਸ ਲਈ ਇਹ ਵਿਚਾਰਧਾਰਾ ਨੂੰ ਲੈ ਕੇ ਜਦੋਂ ਹੁਣ ਦੁਬਾਰਾ ਮਿਹਨਤ ਕਰਨੀ ਤਾਂ ਪੈ ਰਹੀ ਹੈ, ਪਰ ਇਹ ਹੈ ਵੀ ਉਹਦੇ 'ਚ ਕੋਈ ਕਮੀ ਨਹੀਂ ਹੈ, ਸਾਰੇ ਹੀ ਲੋਕ ਸਹਿਯੋਗ ਦੇ ਰਹੇ ਨੇ। ਸਤਨਾਮ ਸਿੰਘ ਆਰਚੀ ਸਨ ਸਾਡੇ ਨਾਲ, ਸ਼੍ਰੋਮਣੀ ਅਕਾਲੀ ਦਲ ਫਗਵਾੜਾ ਸ਼ਹਿਰੀ ਦੇ ਪ੍ਰਧਾਨ ਇਲੈਕਸ਼ਨ ਨੂੰ ਲੈ ਕੇ, ਜਿੱਥੇ ਉਹਨਾਂ ਨੇ ਕਿਹਾ ਹੈ ਕਿ ਪਿਛਲੇ 2.5 ਸਾਲਾਂ ਵਿੱਚ ਕਾਂਗਰਸ ਦੱਸੇ ਕਿ ਉਸਨੇ ਕਿਹੜਾ ਵੱਡਾ ਪ੍ਰੋਜੈਕਟ ਫਗਵਾੜਾ ਲਈ ਲੈ ਕੇ ਆਂਦਾ। ਉੱਥੇ ਨਾਲ ਹੀ ਉਹਨਾਂ ਨੇ ਅਕਾਲੀ ਬਸਪਾ ਗੱਠਜੋੜ ਤੇ ਤਸੱਲੀ ਪ੍ਰਗਟਾਉਂਦਿਆਂ ਕਿਹਾ ਕਿ ਮਿਸ਼ਨ 2022 ਦੇ ਵਿੱਚ ਇਹ ਗੱਠਜੋੜ ਫਗਵਾੜੇ ਤੋਂ ਬਹੁਤ ਹੀ ਬਿਹਤਰੀਨ ਪ੍ਰਦਰਸ਼ਨ ਕਰੇਗਾ। ਆਰਚੀ ਸਾਹਿਬ, ਸਾਡੇ ਨਾਲ ਗੱਲਬਾਤ ਚਾਹੇ ਬਹੁਤ ਬਹੁਤ ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਵਿਸ਼ੇਸ਼ ਤੌਰ ਤੇ ਸਾਡੇ ਵਿਚਾਰ ਜਾਣਨ ਲਈ ਆਏ, ਬਹੁਤ ਬਹੁਤ